ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। ਰਾਮਕਲੀ ਰਾਗ ਵਿੱਚ 877 ਅੰਗ ਤੇ ਕਥਾ ਪਹੁੰਚੀ ਹੈ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਪਾਵਨ ਅੰਮ੍ਰਿਤਮਈ ਸ਼ਬਦਾਂ ਦੀ ਲੜੀਵਾਰ ਕਥਾ ਚੱਲ ਰਹੀ ਹੈ। ਸਰਵਣ ਕਰਨ ਤੋਂ ਪਹਿਲਾਂ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੇ ਮਹੱਲਾ ਪਹਿਲਾ। ਜਿਤ ਦਰ ਵਸ ਹੈ ਕਵਨ ਦਰ ਕਹੀਐ, ਦਰਾ ਭੀਤਰ ਦਰ ਕਵਨ ਲਹੈ। ਰਾਮਕਲੀ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਸ਼ਬਦ ਉਚਾਰਦੇ ਨੇ, ਹੇ ਪ੍ਰਭੂ ਤੂੰ ਜਿਸ ਦਰ ਤੇ ਵਸਦਾ ਹੈ, ਜਿਸ ਦਰ ਵਸ ਹੈ, ਜਿਹੜੇ ਦਰ ਦੇ ਉੱਤੇ ਤੂੰ ਵਸਦਾ, ਤੇਰਾ ਉਹ ਦਰ ਕਿਹੋ ਜਿਹਾ ਕਿਹਾ ਜਾਂਦਾ? ਸਵਾਲ ਹੈ ਕਿ ਹੇ ਪ੍ਰਭੂ ਜਿਸ ਦਰ ਦੇ ਉੱਤੇ ਤੂੰ ਵਸਦਾ ਉਹ ਦਰ ਕਿਹੋ ਜਿਹਾ ਹੋਵੇਗਾ? ਤੇਰੇ ਦਰਾਂ ਦੇ ਵਿੱਚੋਂ ਕਿਹੜਾ ਤੇਰਾ ਐਸਾ ਦਰ ਹੈ ਔਰ ਮੈਂ ਉਸ ਦਰ ਨੂੰ ਕਿਵੇਂ ਪ੍ਰਾਪਤ ਕਰ ਸਕਦਾ? ਹੇ ਪ੍ਰਭੂ ਤੂੰ ਜਿਸ ਦਰ ਤੇ ਵਸਦਾ ਤੇਰਾ ਉਹ ਦਰ ਕਿਹੋ ਜਿਹਾ ਹੈ ਔਰ ਹੇ ਪ੍ਰਭੂ ਤੇਰੇ ਦਰਾਂ ਵਿੱਚੋਂ ਜਿਹੜਾ ਤੇਰਾ ਉੱਤਮ ਦਰ ਹੈ ਉਹ ਮੈਨੂੰ ਕਿਵੇਂ ਪ੍ਰਾਪਤ ਹੋਵੇ, ਉਹਨੂੰ ਮੈਂ ਕਿਵੇਂ ਹਾਸਲ ਕਰਾਂ? ਜਿਸ ਦਰ ਕਾਰਣ ਫਿਰਾ ਉਦਾਸੇ, ਸੋ ਦਰ ਕੋਈ ਆਏ ਕਹੈ। ਮੈਂ ਜਿਸ ਪ੍ਰਭੂ ਦੇ ਦਰ ਨੂੰ ਪ੍ਰਾਪਤ ਕਰਨ ਲਈ ਉਦਾਸੀ ਹੋਇਆ ਫਿਰਦਾ, ਯਾਨੀ ਕਿ ਉਪਰਾਮ ਹੋ ਕੇ ਫਿਰ ਰਿਹਾ ਵੀ ਮੈਨੂੰ ਪਰਮੇਸ਼ਰ ਦੇ ਦਰ ਘਰ ਦੀ ਸੋਝੀ ਪ੍ਰਾਪਤ ਹੋ ਜਾਏ, ਤੇ ਮੈਂ ਜਿਸ ਪ੍ਰਭੂ ਦੇ ਦਰ ਨੂੰ ਪ੍ਰਾਪਤ ਕਰਨ ਵਾਸਤੇ ਉਦਾਸੀ ਹੋਇਆ ਫਿਰਦਾ, ਯਾਨੀ ਕਿ ਵਿਰਾਗੀ ਹੋ ਕੇ ਫਿਰ ਰਿਹਾ, ਨਿਰਚਾਹਵਾਨ ਹੋ ਕੇ ਫਿਰ ਰਿਹਾ, ਕੋਈ ਤਾਂ ਰੱਬ ਦਾ ਪਿਆਰਾ ਆਵੇ ਜਿਹੜਾ ਮੈਨੂੰ ਉਸ ਪ੍ਰਭੂ ਦੇ ਦਰ ਘਰ ਦੀ ਸੋਝੀ ਦੇ ਦੇਵੇ। ਕੋਈ ਤਾਂ ਆਵੇ, ਸੋ ਦਰ ਕੋਈ ਆਏ ਕਹੈ। ਪਰਮੇਸ਼ਰ ਦੇ ਉਸ ਦਰ ਦੇ ਘਰ ਦੀ ਸੋਝੀ ਕੋਈ ਆ ਕੇ ਦੱਸ ਦੇਵੇ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪਹਿ ਆਪ ਵਿਚਾਈ। ਕੋਈ ਜਨ ਹਰਿ ਦੇਵੈ ਜੋਰ, ਕੋਈ ਜਨ ਹਰਿ ਦੇਵੈ ਜੋਰ, ਕੋਈ ਹਰਿ ਦੇਵੈ ਜੋਰ, ਕੋਈ ਜਨ ਹਰਿ ਦੇਵੈ ਜੋਰ। ਕੋਈ ਜਨ ਹਰਿ ਦੇਵੈ ਜੋਰ, ਕੋਈ ਜਨ ਹਰਿ ਦੇਵੈ ਜੋਰ, ਕੋਈ ਜਨ ਹਰਿ ਦੇਵੈ ਜੋਰ, ਕੋਈ ਜਨ ਹਰਿ ਦੇਵੈ ਜੋਰ। ਕੋਈ ਤਾਂ ਆਵੇ ਜਿਹੜਾ ਮੈਨੂੰ ਮੇਰੇ ਉਸ ਮਾਲਕ ਦੇ ਦਰ ਘਰ ਦੀ ਸੋਝੀ ਦੇਵੇ, ਉਸ ਪ੍ਰਭੂ ਦੇ ਦਰ ਘਰ ਦਾ ਗਿਆਨ ਬਖਸ਼ ਦੇਵੇ। ਨ ਬਿਦ ਸਾਗਰ ਤਰਿਆ। ਮਹਾਰਾਜ ਜੀ ਇਹ ਸੰਸਾਰ ਸਾਗਰ ਤੋਂ ਕਿਵੇਂ ਤਰੀਏ, ਇਸ ਭਵ ਸਾਗਰ ਤੋਂ ਕਿਵੇਂ ਤਰਿਆ ਜਾ ਸਕਦਾ? ਇਹ ਸਵਾਲ ਅੱਜ ਦੇ ਹੁਕਮਨਾਮੇ ਵਿੱਚ ਵੀ ਗੁਰੂ ਰਾਮਦਾਸ ਸਾਹਿਬ ਨੇ ਕੀਤਾ ਕਿ ਹੇ ਸਤਿਗੁਰੂ ਜੀ ਇਹ ਜਗਤ ਤੋਂ ਕਿਵੇਂ ਤਰੀਦਾ ਹੈ। ਜਿਹੜਾ ਜਵਾਬ ਗੁਰੂ ਰਾਮਦਾਸ ਸਾਹਿਬ ਜੀ ਨੇ ਬਖਸ਼ਿਆ ਉਹ ਪਹਿਲੇ ਜਾਮੇ 'ਚ ਗੁਰੂ ਨਾਨਕ ਸਾਹਿਬ ਬਖਸ਼ ਗਏ ਨੇ। ਉਹਨਾਂ ਦਾ ਹੀ ਦਿੱਤਾ ਜਵਾਬ ਗੁਰੂ ਰਾਮਦਾਸ ਸਾਹਿਬ ਜੀ ਨੇ ਦੁਹਰਾਇਆ ਹੈ। ਸੁਣੋ ਜੀ। ਜੀਵਤ ਨਹ ਮਰਿਆ। ਸਤਿਗੁਰੂ ਜੀ ਕਹਿੰਦੇ ਭਾਈ ਇਸ ਜਗਤ ਤੋਂ ਤਰਨ ਦਾ ਇੱਕੋ ਤਰੀਕਾ, ਜਿਉਂਦਿਆਂ ਜੀ ਆਪਣੇ ਆਪੇ ਭਾਵ ਨੂੰ ਮਾਰ ਦਿਓ। ਤੇ ਫਿਰ ਬੇਨਤੀ ਕੀਤੀ ਮਹਾਰਾਜ ਜੀ ਜੀਵਦਿਆਂ ਜੀ ਮਰਿਆ ਨਹੀਂ ਜਾਂਦਾ, ਕੀ ਕਰੀਏ? ਜੀਵਤ ਨਹ ਮਰੀਐ। ਅਸੀਂ ਤਾਂ ਆਪਣਾ ਆਪੇ ਜਣਾ, ਆਪਾਂ ਜਣਾਏ ਬਿਨਾਂ ਰਹਿ ਹੀ ਨਹੀਂ ਸਕਦੇ।
ਲੱਖ ਕਾਬੂ ਕਰਕੇ ਬੈਠੇ ਰਹੀਏ ਵੀ ਆਪਣੇ ਬਾਰੇ ਨਾ ਦੱਸੀਏ ਕਿਸੇ ਨੂੰ ਅਸੀਂ ਕੌਣ ਹਾਂ ਕੀ ਹਾਂ। ਪਰ ਅਖੀਰ ਨੂੰ ਕਿੰਨਾ ਕੁ ਚਿਰ ਬੰਦਾ ਦੱਬ ਕੇ ਰੱਖਦਾ ਹਿਰਦੇ 'ਚ ਗੱਲ, ਫਿਰ ਦੱਸ ਹੀ ਦਿੰਦਾ ਤੂੰ ਜਾਣਦਾ ਨਹੀਂ ਮੈਂ ਕੌਣ ਹਾਂ, ਮੈਂ ਫਲਾਣਾ ਸਿਉਂ ਹਾਂ, ਮੈਂ ਅਮਕਾ ਹਾਂ। ਕਿੱਥੇ ਆਪਣਾ ਆਪ ਮਾਰਿਆ ਜਾਂਦਾ, ਬੜੀ ਔਖੀ ਘਾਟੀ ਹੈ ਜਿੱਥੇ ਜਾ ਕੇ ਕਹਿਣਾ ਪਵੇ ਮਹਾਰਾਜ ਅਸੀਂ ਤਾਂ ਕੁਝ ਵੀ ਨਹੀਂ ਹਾਂ, ਸਾਡੀ ਕੋਈ ਹਸਤੀ ਨਹੀਂ ਹੈ ਮਹਾਰਾਜ, ਸਾਡਾ ਕੋਈ ਵਜੂਦ ਨਹੀਂ ਹੈ, ਬਸ ਤੂੰ ਹੀ ਤੂੰ ਹੈ, ਤੂੰ ਹੀ ਤੂੰ ਹੈ। ਹੇ ਪ੍ਰਭੂ ਸਾਡੇ ਕੋਲੋਂ ਕਿੱਥੇ ਜੀਵਤਿਆਂ ਨਹ ਮਰੀ ਹੈ ਮਹਾਰਾਜ, ਜਿਉਂਦਿਆਂ ਜੀ ਅਸੀਂ ਮਰਦੇ ਹੀ ਨਹੀਂ ਹਾਂ, ਭਾਵ ਆਪਣਾ ਆਪਾ ਮਾਰਦੇ ਹੀ ਨਹੀਂ, ਤਿਆਗਦੇ ਹੀ ਨਹੀਂ ਹਾਂ। ਚਾਟਮ ਫਨੀਰ ਨਾਗ ਵਾਂਗੂ ਹੰਕਾਰ ਦਾ ਸਿਰ ਫਨ ਸਾਡੇ ਅੰਦਰ ਝੱਟ ਉੱਠ ਪੈਂਦਾ, ਜਿਵੇਂ ਕੋਈ ਫਨੀਰ ਨਾਗ ਨਹੀਂ ਆਪਣਾ ਫਨ ਚੁੱਕਦਾ, ਇਉਂ ਸਾਡੇ ਅੰਦਰ ਹੰਕਾਰ ਫਨੀਰ ਨਾਗ ਵਾਂਗੂ ਫਨ ਚੁੱਕਦਾ ਹੀ ਰਹਿੰਦਾ। ਮਾੜਾ ਜਿਹਾ ਕਿਤੇ ਵੇਖਦਾ ਇੱਕਦਮ ਹੰਕਾਰ ਦੇ ਵਿੱਚ, ਹੈਂਕੜ ਦੇ ਵਿੱਚ ਛਾਤੀ ਚੌੜੀ ਕਰ ਲੈਂਦਾ। ਮਹਾਰਾਜ ਕਿੱਥੇ ਸਾਡੇ ਕੋਲੋਂ ਆਪਣਾ ਆਪਾ ਭਾਵ ਮਾਰਿਆ ਜਾਂਦਾ। ਰਹਾਉ ਦੁੱਖ ਦਰਵਾਜਾ ਰੋਹ ਰਖਵਾਲਾ, ਆਸਾ ਅੰਦੇਸਾ ਦੋਏ ਪਟ ਜੜੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਕਾਲ ਪੁਰਖ ਦਾ ਸਵਰੂਪ ਹੈ, ਜਿੱਥੇ ਤੱਕ ਜਾਣ ਵਾਸਤੇ ਦਰਵਾਜ਼ੇ ਖੋਲਣੇ ਪੈਂਦੇ ਨੇ, ਕਿਲਾ ਲੰਘ ਕੇ ਜਾਣਾ ਪੈਂਦਾ। ਜਿਵੇਂ ਕੋਈ ਕਿਲਾ ਹੁੰਦਾ ਤੇ ਕਿਲੇ ਦੇ ਆਲੇ ਦੁਆਲੇ ਖਾਈ ਹੁੰਦੀ ਹੈ ਪਾਣੀ ਨਾਲ ਭਰੀ, ਫਿਰ ਉਸ ਕਿਲੇ ਦੇ ਦਰਵਾਜ਼ੇ ਦੇ ਉੱਤੇ ਡਿਉੜੀਦਾਰ ਖਲੋਤਾ ਹੁੰਦਾ, ਉਹ ਰੋਕਦਾ, ਉਹਦੇ ਕੋਲੋਂ ਲੰਘੋਗੇ ਫਿਰ ਅੱਗੇ ਦਰਵਾਜ਼ਾ ਬੰਦ ਹੁੰਦਾ, ਫਿਰ ਉਹ ਖੋਲਣਾ, ਦਰਵਾਜ਼ਾ ਖੋਲ ਕੇ ਫਿਰ ਜਾ ਕੇ ਕਿਤੇ ਅੰਦਰ ਪਹੁੰਚੋਗੇ ਤੇ ਉਸ ਪਾਕ ਰਾਜੇ ਨੂੰ ਮਿਲੋਗੇ ਜਿਹੜਾ ਉਸ ਕਿਲੇ 'ਚ ਰਹਿੰਦਾ। ਧੰਨ ਗੁਰੂ ਨਾਨਕ ਸਾਹਿਬ ਜੀ ਇੱਥੇ ਦੱਸ ਰਹੇ ਨੇ, ਕਹਿੰਦੇ ਦੁੱਖ ਦਰਵਾਜਾ ਰੋਹ ਰਖਵਾਲਾ, ਕਹਿੰਦੇ ਜਿਹੜਾ ਪ੍ਰਮਾਤਮਾ ਦੇ ਘਰ ਜਾਣ ਵਾਸਤੇ ਸਭ ਤੋਂ ਪਹਿਲਾ ਦਰਵਾਜ਼ਾ ਆਉਂਦਾ ਹੈ ਉਹ ਹੈ ਦੁੱਖ ਦਾ। ਦੁੱਖ ਦਾ ਦਰਵਾਜ਼ਾ, ਤੇ ਉਸ ਦਰਵਾਜ਼ੇ ਤੇ ਜਿਹੜਾ ਰੋਹ ਹੈ ਕ੍ਰੋਧ, ਉਹ ਡਿਉੜੀਦਾਰ ਬਣ ਕੇ ਖਲੋਤਾ। ਪਹਿਲਾਂ ਉਸ ਦੁੱਖ ਨੂੰ ਛੱਡਣਾ ਪਏਗਾ, ਫਿਰ ਉਸ ਕ੍ਰੋਧ ਤੋਂ ਲੰਘਣਾ ਪਵੇਗਾ। ਕਹਿੰਦੇ ਜਿਹੜਾ ਰੋਹ ਹੈ ਕ੍ਰੋਧ ਜਿਹਨੂੰ ਆਪਾਂ ਕਹਿੰਦੇ ਆ, ਉਹ ਹੈ ਡਿਉੜੀਦਾਰ। ਆਸਾ ਅੰਦੇਸਾ ਦੋਏ ਪੱਟ ਜੜੇ। ਹੁਣ ਦਰਵਾਜ਼ੇ ਦੇ ਦੋ ਤਖਤੇ ਹੁੰਦੇ ਆ ਨਾ, ਕਹਿੰਦੇ ਜਿਹੜੀ ਆਸਾ ਹੈ ਤੇ ਦੂਜਾ ਅੰਦੇਸਾ। ਅੰਦੇਸਾ ਕਿਹਨੂੰ ਕਹਿੰਦੇ ਆ? ਸ਼ੰਕੇ, ਸੰਦੇਹ, ਤੋਖਲਾ। ਆਸਾ ਤੇ ਅੰਦੇਸੇ ਦੋ ਦਰਵਾਜ਼ੇ ਭਿੜੇ ਹੋਏ ਨੇ, ਇਹ ਦੋ ਪੱਟ ਨੇ। ਦੁੱਖ ਰੂਪੀ ਦਰਵਾਜ਼ਾ, ਉਹਦੇ ਦੋ ਪੱਟ ਨੇ, ਦੋ ਪੱਲੇ ਨੇ, ਇੱਕ ਆਸਾ ਤੇ ਦੂਜਾ ਅੰਦੇਸਾ। ਔਰ ਫਿਰ ਉਸ ਦਰਵਾਜ਼ੇ ਤੇ ਜਿਹੜਾ ਰੋਹ ਹੈ ਕ੍ਰੋਧ, ਉਹ ਡਿਉੜੀਦਾਰ ਬਣ ਕੇ ਖਲੋਤਾ ਹੋਇਆ। ਮਾਇਆ ਜਲ ਖਾਏ ਪਾਣੀ ਘਰ ਬੰਧਿਆ, ਸਤ ਕੈ ਆਸਣ ਪੁਰਖ ਰਹੈ। ਫਿਰ ਉਸ ਕਿਲੇ ਦੇ ਦਰਵਾਜ਼ੇ ਦੇ ਬਾਹਰਲੇ ਪਾਸੇ ਮਾਇਆ ਰੂਪੀ ਖਾਈ ਹੈ, ਜਿਹਦੇ ਚ ਵਿਸ਼ਿਆਂ ਵਿਕਾਰਾਂ ਦਾ ਪਾਣੀ ਭਰਿਆ ਹੋਇਆ। ਕਿਲਿਆਂ ਦੇ ਆਲੇ ਦੁਆਲੇ ਡੂੰਘੀਆਂ ਖਾਈਆਂ ਹੁੰਦੀਆਂ, ਉਹਨਾਂ 'ਚ ਫਿਰ ਪਾਣੀ ਭਰ ਦਿੰਦੇ ਸੀ। ਕਹਿੰਦੇ ਮਾਇਆ ਦੀ ਖਾਈ ਐ ਇਸ ਕਿਲੇ ਦੇ ਆਲੇ ਦੁਆਲੇ, ਔਰ ਇਹਦੇ 'ਚ ਵਿਸ਼ਿਆਂ ਵਿਕਾਰਾਂ ਦਾ ਜਲ ਪਾਣੀ ਭਰਿਆ ਹੋਇਆ। ਉਹਦੇ ਵਿੱਚ ਪ੍ਰਮਾਤਮਾ ਨੇ ਆਪਣਾ ਘਰ ਬੰਨਿਆ, ਇਹੋ ਜਿਹੇ ਕਿਲੇ ਵਿੱਚ। ਤੇ ਜਿਹੜਾ ਪ੍ਰਮਾਤਮਾ ਦਾ ਘਰ ਹੈ, ਉਹਦਾ ਜਿਹੜਾ ਆਸਣ ਹੈ, ਉਹ ਸੱਤ ਦਾ ਆਸਣ ਲਾ ਕੇ ਉਸ ਕਿਲੇ ਦੇ ਅੰਦਰ ਰਹਿੰਦਾ। ਪਹਿਲਾਂ ਇਹ ਆਸਾਂ ਦੇਸਾਂ ਦੇ ਦਰਵਾਜ਼ੇ ਖੋਲਣੇ ਪੈਣਗੇ, ਦੁੱਖਾਂ ਦਾ ਦਰਵਾਜ਼ਾ ਖੋਲਣਾ ਪਵੇਗਾ, ਰੋਹ ਰੂਪੀ ਰਖਵਾਲੇ ਤੋਂ, ਡਿਉੜੀਦਾਰ ਤੋਂ ਅੱਗੇ ਲੰਘਣਾ ਪਵੇਗਾ, ਮਾਇਆ ਦੀ ਖਾਈ ਤੇ ਵਿਸ਼ਿਆਂ ਵਿਕਾਰਾਂ ਦੇ ਪਾਣੀ ਚੋਂ ਨਿਕਲਣਾ ਪਵੇਗਾ। ਫੇਰ ਜਾ ਕੇ ਉਸ ਆਤਮ ਰਾਮ ਪੁਰਖ ਅਕਾਲ ਪੁਰਖ ਦੇ ਦਰਸ਼ਨ ਪ੍ਰਾਪਤ ਹੋਣਗੇ। ਉਹ ਹੈ ਦਰ। ਜਿਵੇਂ ਉੱਤੇ ਪੁੱਛਿਆ ਸੀ ਨਾ ਮਹਾਰਾਜ ਜੀ ਨੇ, ਹੇ ਵਾਹਿਗੁਰੂ ਤੇਰਾ ਉਹ ਦਰ ਕਿਹੋ ਜਿਹਾ? ਆਹ ਦੱਸ ਦਿੱਤਾ ਵੀ ਆਹ ਦਰ ਹੈ ਉਹਦਾ। ਜੇ ਉਹਦੇ ਤੱਕ ਜਾਣਾ ਤਾਂ ਪਹਿਲਾਂ ਇਹ ਸਭ ਕੁਝ ਲੰਘਣਾ ਪਵੇਗਾ।
ਪ੍ਰਮਾਤਮਾ ਦੇ ਉਸ ਦਰ ਤੱਕ ਜਾਣ ਵਾਸਤੇ ਇਹਨਾਂ ਸਾਰਿਆਂ ਨੂੰ ਲੰਘ ਕੇ ਉਸ ਆਸਣ ਪੁਰਖ ਪਰਮੇਸ਼ਰ ਤੱਕ ਜਾਇਆ ਜਾ ਸਕਦਾ ਹੈ। ਕਿੰਤ ਨਾਮਾ ਅੰਤ ਨ ਜਾਣਿਆ, ਤੁਮ ਸਰ ਨਾਹੇ ਅਵਰ ਹਰੇ। ਪ੍ਰਭੂ ਤੇਰੇ ਕਿਤਨੇ ਹੀ ਨਾਮ ਨੇ, ਤੇ ਜੇ ਨਾਮ ਲੈ ਕੇ ਅੰਤ ਪਾਣਾ ਚਾਹੀਏ ਤੇ ਤੇਰੇ ਨਾਮਾਂ ਦੁਆਰਾ ਤੇਰਾ ਅੰਤ ਨਹੀਂ ਜਾਣਿਆ ਜਾਂਦਾ। हे ਪ੍ਰਭੂ ਜਿੰਨੇ ਵੀ ਨਾਮ ਤੇਰੇ ਲੈ ਲਈਏ, ਬੇਅੰਤ ਨਾਮ ਕਹਿ ਕੇ ਵੀ ਤੇਰਾ ਅੰਤ ਨਹੀਂ ਜਾਣਿਆ ਜਾਂਦਾ। ਤੂੰ ਬੇਅੰਤ ਹੈ। ਤੁਮ ਸਰ ਨਾਹੀ ਅਵਰ ਹਰੇ। हे ਹਰੀ ਤੇਰੇ ਵਰਗਾ, ਤੇਰੇ ਬਰਾਬਰ, ਤੇਰੇ ਜਿਹਾ ਹੋਰ ਕੋਈ ਨਹੀਂ ਹੈ। ਉੱਚਾ ਨਹੀਂ ਕਹਿਣਾ, ਮਨ ਮਹਿ ਰਹਿਣਾ, ਆਪੇ ਜਾਣੈ ਆਪ ਕਰੇ। ਇਹ ਭਾਈ ਉੱਚਾ ਕਹਿਣ ਦੀ ਲੋੜ ਨਹੀਂ, ਮਨ 'ਚ ਹੀ ਰੱਖੋ ਭਾਵ, ਕਿਉਂਕਿ ਉਹ ਜਾਣੀ ਜਾਣ ਹੈ। ਜੋ ਤੁਸੀਂ ਸੋਚਦੇ ਹੋ ਵੀ ਜਾਣ ਲੈਂਦਾ, ਉਹਨੂੰ ਤਾਂ ਬੋਲ ਕੇ ਉੱਚਾ ਕਹਿਣ ਦੀ ਲੋੜ ਹੀ ਨਹੀਂ ਪੈਂਦੀ। ਉਹ ਆਪ ਜਾਣੀ ਜਾਣ ਹੈ, ਕਿਉਂਕਿ ਕਰਤਾ ਆਪ ਹੈ। ਜਦੋਂ ਕਾਰੀ ਆਪ ਰਿਹਾ ਤੇ ਫਿਰ ਉਹ ਜਾਣਦਾ ਵੀ ਆਪ ਹੀ ਹੈ। ਜਾਵ ਆਸਾ ਅੰਦੇਸਾ, ਤਬ ਹੀ ਕਿਉਂ ਦਰ ਏਕ ਕਹੈ। ਕਹਿੰਦੇ ਹੈ ਭਾਈ ਜਦੋਂ ਤੱਕ ਹਿਰਦੇ 'ਚ ਆਸਾ ਤੇ ਅੰਦੇਸਾ ਹੈ ਨਾ, ਜਦੋਂ ਤੱਕ ਸਾਡੇ ਅੰਦਰ ਆਸਾ ਹੈ ਜਾਂ ਅੰਦੇਸਾ ਕਹਿੰਦੇ ਨੇ, ਸੰਸੇ ਨੇ, ਤੋਖਲੇ ਨੇ, ਉਦੋਂ ਤੱਕ ਕਿਵੇਂ ਉਸ ਇੱਕ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਕਹਿ ਸਕਦੇ ਆ? ਨਹੀਂ ਕਹਿ ਸਕਦੇ। ਆਸਾਂ ਦੇਸਿਆਂ ਤੋਂ ਹੀ ਨਹੀਂ ਸੁਰਤ ਉੱਪਰ ਉੱਠਦੀ ਤੇ ਅਕਾਲ ਪੁਰਖ ਦਾ ਨਾਮ ਕਿੱਥੇ ਕਹਿਣਾ ਸੀ। ਕਹਿੰਦੇ ਉਦੋਂ ਤੱਕ ਕਿਉਂ ਕਰ ਏਕ ਕਹੈ, ਉਸ ਇੱਕ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਕਿਵੇਂ ਕਹੀਏ ਜਦੋਂ ਤੱਕ ਅੰਦਰ ਆਸਾਂ ਦੇਸਾ ਬਣਿਆ ਹੋਇਆ ਹੈ। ਆਸਾ ਭੀਤਰ ਰਹਿ ਨਿਰਾਸਾ, ਤੋ ਨਾਨਕ ਏਕ ਮਿਲੈ। ਧੰਨ ਗੁਰੂ ਨਾਨਕ ਸਾਹਿਬ ਫਰਮਾਉਂਦੇ, ਜੇ ਆਸਾ ਵਿੱਚ ਨਿਰਾਸ ਹੋ ਕੇ ਰਵੋ, ਆਸਾ ਵਿੱਚ ਨਿਰਾਸ ਹੋ ਕੇ ਰਵੋ, ਯਾਨੀ ਕਿ ਆਸ ਬਿਰਤੀ ਤਿਆਗ ਦੇਵੋ। ਤੇ ਕਹਿੰਦੇ ਆਸਾ ਵਿੱਚ ਜਦੋਂ ਨਿਰਾਸ ਹੋ ਕੇ ਰਹੋਗੇ ਤਾਂ ਤੁਸੀਂ ਉਸ ਇੱਕ ਅਕਾਲ ਪੁਰਖ ਪਰਮੇਸ਼ਰ ਨੂੰ ਮਿਲੋਗੇ। ਜਦੋਂ ਤੱਕ ਆਸਾ ਹੈ ਉਦੋਂ ਤੱਕ ਉਹਦੇ 'ਚ ਮਿਲਾਪ ਨਹੀਂ ਹੋ ਸਕਦਾ। ਆਸ ਹੋਵੇ ਕੇਵਲ ਉਸ ਪ੍ਰਭੂ ਨੂੰ ਮਿਲਣ ਦੀ, ਉਹਦੇ ਤੋਂ ਇਲਾਵਾ ਕੋਈ ਦੂਜੀ ਆਸ ਨਹੀਂ। ਮੈਂ ਮਨ ਵੱਡੀ ਆਸ ਹਰੇ, ਕਿਉਂ ਕਰ ਹਰ ਦਰਸ਼ਨ ਪਾਵਾਂ। ਹੇ ਮੇਰੇ ਹਰੀ, ਮੇਰੇ ਮਨ 'ਚ ਇੱਕੋ ਵੱਡੀ ਆਸ ਹੈ ਵੀ ਤੇਰੇ ਦਰਸ਼ਨ ਕਿਵੇਂ ਹੋਣ। ਇਸ ਆਸ ਤੋਂ ਬਿਨਾਂ ਜੇ ਹੋਰ ਆਸਾਂ ਅਸੀਂ ਆਪਣੇ ਹਿਰਦੇ 'ਚ ਚੁੱਕੀ ਫਿਰਦੇ ਆਂ ਤਾਂ ਮਹਾਰਾਜ ਜੀ ਕਹਿੰਦੇ ਉਹਨਾਂ ਆਸਾਂ ਕਰਕੇ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਜਦੋਂ ਦੁਨੀਆਦਾਰੀ ਦੀਆਂ ਆਸਾਂ ਛੱਡ ਕੇ ਨਿਰਾਸ਼, ਉਦਾਸ ਤੇ ਉਪਰਾਮ ਹੋ ਕੇ ਰਹਿਣਾ ਸਿੱਖੋਗੇ, ਫਿਰ ਉਸ ਇੱਕ ਅਕਾਲ ਪੁਰਖ ਪਰਮੇਸ਼ਰ ਨੂੰ ਮਿਲੋਗੇ। ਐਨ ਵਿਦ ਸਾਗਰ ਤਰਿਆ। ਕਹਿੰਦੇ ਫਿਰ ਇਉਂ ਤਰੋਗੇ ਤੁਸੀਂ ਇਸ ਸਾਗਰ ਤੋਂ, ਏਦਾਂ ਇਸ ਸੰਸਾਰ ਤੋਂ ਤੁਹਾਡਾ ਪਾਰ ਉਤਾਰਾ ਹੋਵੇਗਾ। ਜੀਵਤ ਇਉ ਮਰਿਆ। ਉੱਤੇ ਦੱਸਿਆ ਨਾ ਵੀ ਕਿਵੇਂ ਮਰੀਏ ਮਹਾਰਾਜ ਜੀ, ਜੀਵਦਿਆਂ ਜੀ ਮਰਿਆ ਨਹੀਂ ਜਾਂਦਾ। ਮਹਾਰਾਜ ਜੀ ਕਹਿੰਦੇ ਭਾਈ ਜਦੋਂ ਆਸਾ ਤੋਂ ਨਿਰਾਸ਼ ਹੋ ਕੇ ਰਹੋਗੇ ਤੇ ਫਿਰ ਇਉਂ ਜਿਉਂਦਿਆਂ ਜੀ ਆਪਣੇ ਆਪੇ ਭਾਵ ਨੂੰ ਮਾਰੋਗੇ। ਹਾਂਜੀ, ਰਹਾਉ ਦੂਜਾ। ਉੱਪਰਲੇ ਰਹਾਉ ਵਿੱਚ ਸਵਾਲ ਆਇਆ ਸੀ ਕਿ ਜੀਵਤਿਆਂ ਨਹਿ ਮਰੀਐ, ਕਿਨ ਬਿਦ ਸਾਗਰ ਤਰੀਐ। ਦੂਜੇ ਰਹਾਉ ਦੇ ਵਿੱਚ ਮਹਾਰਾਜ ਜੀ ਨੇ ਉਹਦਾ ਜਵਾਬ ਦੇ ਦਿੱਤਾ ਕਿ ਭਾਈ ਇਸ ਤਰ੍ਹਾਂ ਸੰਸਾਰ ਤੋਂ ਤਰੀਦਾ ਔਰ ਜਿਉਂਦਿਆਂ ਜੀ ਆਪਣੇ ਆਪੇ ਭਾਵ ਨੂੰ ਮਾਰੀਦਾ ਹੈ। ਰਾਮ ਕਲੇ ਮਹੱਲਾ ਪਹਿਲਾ। ਸੁਰਤ ਸ਼ਬਦ ਸਾਖੀ ਮੇਰੇ ਸੰਗ, ਬਾਜੈ ਲੋਕ ਸੁਣੇ। ਰਾਮ ਕਲੀ ਰਾਗ ਵਿੱਚ ਬਹੁਤ ਸਾਰੇ ਸ਼ਬਦ ਐਸੇ ਨੇ ਜਿਹੜੇ ਸਤਿਗੁਰਾਂ ਨੇ ਯੋਗੀਆਂ ਨਾਲ ਵਾਰਤਾ ਕਰਦਿਆਂ ਉਚਾਰੇ ਨੇ। ਰਾਮ ਕਲੀ ਰਾਗ ਵਿੱਚ ਸਭ ਤੋਂ ਵੱਧ ਸ਼ਬਦ ਨੇ ਜਿਹੜੀ ਯੋਗੀਆਂ ਨਾਲ ਚਰਚਾ ਹੋਈ ਮਹਾਰਾਜ ਜੀ ਦੀ ਸਿੱਧਾਂ ਨਾਲ।
ਮਹਾਰਾਜ ਕਹਿੰਦੇ ਅਸੀਂ ਤਾਂ ਯੋਗ ਧਾਰਿਆ ਹੋਇਆ, ਤੇ ਕਹਿੰਦਾ ਜੀ ਤੁਹਾਡੀ ਸਿੰਗੀ ਨਹੀਂ ਦਿਸਦੀ ਸਾਨੂੰ। ਯੋਗੀਆਂ ਦੇ ਕੋਲ ਇੱਕ ਸਿੰਗੀ ਹੁੰਦੀ, ਸਿੰਘ ਦੀ ਬਣਾਈ ਹੋਈ, ਉਹਦੇ 'ਚ ਫੂਕ ਮਾਰ ਕੇ ਆਵਾਜ਼ ਕੱਢਦੇ ਐ ਔਰ ਉਹਦੀ ਆਵਾਜ਼ ਵਿੱਚ ਆਪਣਾ ਧਿਆਨ ਜੋੜਦੇ ਐ। ਮਹਾਰਾਜ ਜੀ ਨੂੰ ਕਹਿੰਦੇ ਜੀ ਤੁਹਾਡੀ ਸਿੰਗੀ ਕਿੱਥੇ ਹੈ? ਪਾਤਸ਼ਾਹ ਕਹਿੰਦੇ ਸੁਰਤ ਸ਼ਬਦ ਸਾਖੀ ਮੇਰੀ ਸਿੰਗੀ। ਜਿਹੜਾ ਸਾਡੀ ਸੁਰਤ ਵਿੱਚ ਸਾਖਸ਼ੀ ਹੈ, ਜਿਹੜਾ ਸਾਡੀ ਸੁਰਤ ਨੂੰ ਜਾਣਨੇ ਵਾਲਾ ਸਾਖਸ਼ੀ ਹੈ, ਉਹਦਾ ਜਿਹੜਾ ਸ਼ਬਦ ਅੰਦਰ ਗੂੰਜ ਰਿਹਾ ਉਹੀ ਮੇਰੀ ਸਿੰਗੀ ਹੈ। ਉਹਦਾ ਜਿਹੜਾ ਸ਼ਬਦ ਗੂੰਜ ਰਿਹਾ ਮਹਾਰਾਜ ਜੀ ਕਹਿੰਦੇ ਉਹ ਮੇਰੀ ਸਿੰਗੀ ਹੈ। ਕਹਿੰਦੇ ਜੀ ਫਿਰ ਇਹ ਸੁਣਦੀ ਕਿਉਂ ਨਹੀਂ? ਮਹਾਰਾਜ ਜੀ ਕਹਿੰਦੇ ਸੁਣਦੀ ਆ, ਬਾਜਾ ਲੋਕ ਸੁਣੇ, ਸਿੰਗੀ ਬਾਜਾ ਲੋਕ ਸੁਣੇ। ਜਿਹੜੇ ਅਧਿਕਾਰੀ ਲੋਕ ਨੇ, ਜਿਨ੍ਹਾਂ ਦੀ ਸ਼ੁੱਧ ਬਿਰਤੀ ਹੈ, ਉਹਨਾਂ ਨੂੰ ਇਹ ਸਿੰਗੀ ਦਾ ਨਾਦ ਸੁਣਦਾ, ਹਰ ਇੱਕ ਨੂੰ ਨਹੀਂ ਸੁਣਦਾ। ਇਹ ਸਤਿਗੁਰਾਂ ਦੇ ਸ਼ਬਦ ਦੀ ਸਿੰਗੀ ਹੈ ਜਿਹੜੀ ਮੇਰੇ ਅੰਦਰ ਵੱਜ ਰਹੀ ਹੈ, ਪਰ ਇਹਨੂੰ ਉਹ ਸੁਣੇਗਾ ਜਿਹੜਾ ਅਧਿਕਾਰੀ ਹੋਵੇਗਾ। ਪਤ ਝੋਲੇ ਮੰਗਣ ਕੈ ਪਾਏ, ਭਿਖਿਆ ਨਾਮ ਪੜੇ। ਅਧਿਕਾਰੀ ਬਣ ਕੇ ਮੈਂ ਆਪਣੀ ਝੋਲੀ ਤੱਡੀ ਹੋਈ, ਜਿਵੇਂ ਯੋਗੀਆਂ ਨੇ ਝੋਲੀ ਪਾਈ ਹੁੰਦੀ ਨਾ ਗਲ 'ਚ, ਕਹਿੰਦੇ ਮੇਰੀ ਝੋਲੀ ਹੈ ਕਿ ਮੈਂ ਅਧਿਕਾਰੀ ਬਣ ਕੇ, ਪਾਤਰ ਬਣ ਕੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦੇ ਵਿੱਚੋਂ ਉਹਦੇ ਨਾਮ ਦੀ ਭਿਖਿਆ ਮੰਗਦਾ। ਜਿਵੇਂ ਯੋਗੀ ਗਲ 'ਚ ਝੋਲੀ ਪਾ ਕੇ ਦਰ ਦਰ ਤੇ ਭਿਖਿਆ ਮੰਗਦੇ ਨੇ, ਮਹਾਰਾਜ ਜੀ ਕਹਿੰਦੇ ਮੈਂ ਆਪਣੇ ਗਲ ਵਿੱਚ ਜਿਹੜੀ ਝੋਲੀ ਪਾਈ ਹੈ ਉਹ ਹੈ ਪਾਤਰ ਪੁਣੇ ਦੀ, ਅਧਿਕਾਰੀ ਪੁਣੇ ਦੀ। ਔਰ ਹਰੀ ਨਾਮ ਦਾ ਅਧਿਕਾਰੀ ਬਣ ਕੇ ਫਿਰ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਤਾਈਂ ਉਹਦੇ ਨਾਮ ਦੀ ਭਿਖਿਆ ਮੰਗਦਾ। ਤੇ ਹੇ ਪ੍ਰਭੂ ਮੈਂ ਬੇਨਤੀ ਕਰਦਾ ਕਿ ਮੇਰੀ ਝੋਲੀ ਵਿੱਚ ਤੇਰੇ ਨਾਮ ਦੀ ਭਿਖਿਆ ਪਵੇ। ਬਾਬਾ ਗੋਰਖ ਜਾਗੈ। ਇਹਨਾਂ ਯੋਗੀਆਂ ਦਾ ਗੁਰੂ ਹੈ ਗੋਰਖ। ਮਹਾਰਾਜ ਜੀ ਕਹਿੰਦੇ ਹੇ ਯੋਗੀ ਜੀ, ਜਿਹੜਾ ਮੇਰਾ ਗੋਰਖ ਹੈ ਨਾ ਰੱਬ, ਇੱਥੇ ਆਪਣੇ ਪ੍ਰਮਾਤਮਾ ਨੂੰ, ਆਪਣੇ ਪ੍ਰਭੂ ਨੂੰ ਗੋਰਖ ਕਿਹਾ। ਕਹਿੰਦੇ ਮੇਰਾ ਜਿਹੜਾ ਗੋਰਖ ਹੈ ਉਹ ਸਦਾ ਹੀ ਜਾਗਦਾ। ਤੁਹਾਡਾ ਗੋਰਖ ਤਾਂ ਜੜ ਹੋ ਜਾਂਦਾ ਨਾ। ਮਹਾਰਾਜ ਜੀ ਕਹਿੰਦੇ ਜਿਹੜਾ ਸਾਡਾ ਗੋਰਖ ਹੈ ਵਾਹਿਗੁਰੂ, ਉਹ ਸਦਾ ਹੀ ਜਾਗਦਾ। ਗੋਰਖ ਸੋ ਜਿਨ ਗੋਏ ਉਠਾਲੇ, ਕਰਤੇ ਬਾਰ ਨ ਲਾਗੈ। ਕਹਿਣ ਲੱਗੇ ਜੀ ਤੁਹਾਡਾ ਗੋਰਖ ਕਿਹੜਾ? ਮਹਾਰਾਜ ਜੀ ਕਹਿੰਦੇ ਸਾਡਾ ਗੋਰਖ ਉਹ ਹੈ ਜਿਹਨੇ ਸਾਰੀ ਧਰਤੀ ਪੈਦਾ ਕੀਤੀ ਹੋਈ ਹੈ, ਜਿਹਨੇ ਇਸ ਸਾਰੀ ਧਰਤੀ ਨੂੰ ਆਪਣੇ ਕੋਲ ਰੱਖਿਆ ਹੋਇਆ ਹੈ। ਗੋ ਰਖ, ਗੋ ਨਾਮ ਧਰਤੀ ਦਾ, ਰਖ ਨਾਮ ਰੱਖਣੇ ਵਾਲੇ ਦਾ ਹੈ। ਜਿਹੜਾ ਇਸ ਸਾਰੀ ਧਰਤੀ ਨੂੰ ਰੱਖਣੇ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹ ਸਾਡੀ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ। ਚੇਤੇ ਰੱਖਿਓ, ਇੱਥੇ ਪਿੱਲਰਾਂ ਨਾਲ ਰੱਖੜੀਆਂ ਬੰਨਣ ਨਾਲ ਪ੍ਰਮਾਤਮਾ ਰੱਖਿਆ ਨਹੀਂ ਕਰਦਾ। ਬਾਣੀ ਪੜ੍ਹਨ ਦੇ ਨਾਲ, ਉਹਦਾ ਸਿਮਰਨ ਭਜਨ ਕਰਨ ਦੇ ਨਾਲ ਉਹ ਰੱਖਿਆ ਕਰਦਾ ਹੈ। ਧਾਗਿਆਂ ਨਾਲ ਥੋੜੀ ਰੱਖਿਆ ਹੋਣੀ ਆ ਭਾਈ। ਰੱਖਿਆ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਹੈ। ਉਹਦੇ ਬਿਨਾ ਕੋਈ ਦੂਜਾ ਰਖਵਾਲਾ ਨਹੀਂ। ਰਾਖਾ ਏਕ ਹਮਾਰਾ ਸੁਆਮੀ, 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 ਰਾਖਾ ਏਕ ਹਮਾਰਾ ਸੁਆਮੀ। ਸਗਲ ਘਟਾ ਕਾ ਅੰਤਰ ਜਾਮੇ, ਸਗਲ ਘਟਾ ਕਾ ਅੰਤਰ ਜਾਮੇ, ਸਗਲ ਘਟਾ ਕਾ ਅੰਤਰ
ਅੰਤਰ ਜਾਮੇ ਸਗਲ ਘਟਾਂ ਕਾ ਅੰਤਰ ਜਾਮੇ। ਸਾਡਾ ਗੋਰਖ ਉਹ ਹੈ, ਗੋਰਖ ਜਿਹੜਾ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ। ਉਹਨੇ ਸਾਰੀ ਗੋਏ ਧਰਤੀ ਉਠਾਲੀ ਕਹੀਏ ਆਪਣੇ ਧੀਰਜ ਨਾਲ ਰੱਖੀ ਹੋਈ ਹੈ। ਇਹ ਸਾਰੀ ਧਰਤੀ ਉਹਦੀ ਰੱਖੀ ਹੋਈ ਹੈ ਨਾ, ਨਹੀਂ ਤਾਂ ਜਲ ਵੱਧ ਹੋਵੇ ਮਿੱਟੀ ਘੱਟ ਹੋਵੇ ਗਲ ਨਹੀਂ ਜਾਂਦੀ ਵਿੱਚ। ਇੱਥੇ ਧਰਤੀ ਨਾਲੋਂ ਕਈ ਗੁਣਾ ਵੱਧ ਪਾਣੀ ਆ, ਪਰ ਪਰਮੇਸ਼ਰ ਨੇ ਫਿਰ ਵੀ ਇਹਨੂੰ ਰੱਖਿਆ। ਉਹਦੇ ਵਰਗਾ ਗੋਰਖ ਕਿਹੜਾ? ਉਹ ਜੋ ਸਾਰੀ ਧਰਤੀ ਦੀ ਰੱਖਿਆ ਕਰਨ ਵਾਲਾ ਹੈ, ਉਹਨੇ ਸਾਰੀ ਗੋਏ ਗੋਏ ਨਾਮ ਧਰਤੀ ਦਾ ਉਠਾਲੀ ਹੋਈ ਹੈ। ਕਰਤੇ ਬਾਰ ਨਾ ਲੱਗੈ। ਉਹਨੂੰ ਇਹ ਧਰਤੀ ਬਣਾਉਂਦਿਆਂ ਦੇਰੀ ਥੋੜੀ ਲੱਗੀ ਹੈ। ਬਾਰ ਕਹਿੰਦੇ ਨੇ ਦੇਰੀ ਨੂੰ। ਉਹਨੂੰ ਇਹ ਧਰਤੀ ਬਣਾਉਂਦਿਆਂ ਦੇਰੀ ਨਹੀਂ ਲੱਗੀ। ਉਹਨੇ ਇੱਕ ਅੱਖ ਦੇ ਫੋਰ ਵਿੱਚ ਇਹ ਸਾਰਾ ਬ੍ਰਹਿਮੰਡ ਰਚਿਆ ਹੈ। ਰਹਾਉ ਪਾਣੀ ਪ੍ਰਾਣ ਪਵਨ ਬੰਦ ਰਾਖੇ ਚੰਦ ਸੂਰਜ ਮੁਖ ਦੀਏ। ਪਾਣੀ ਪ੍ਰਾਣ ਹਵਾ ਧਰਤੀ ਆਦਿਕ ਇਹਨਾਂ ਪੰਜਾਂ ਤੱਤਾਂ ਨੂੰ ਮਿਲਾ ਕੇ ਪਰਮੇਸ਼ਰ ਨੇ ਬੰਨ੍ਹ ਕੇ ਸਰੀਰ ਬਣਾਏ ਨੇ। ਫਿਰ ਚੰਦਰਮਾ ਤੇ ਸੂਰਜ, ਇਹ ਦੋ ਦੀਵੇ ਅਕਾਲ ਪੁਰਖ ਪਰਮੇਸ਼ਰ ਨੇ ਬਣਾ ਦਿੱਤੇ ਹਨ। ਮਰਨ ਜੀਵਨ ਕਉ ਧਰਤੀ ਦੀਨੇ ਇਤੇ ਗੁਣ ਵਿਸਰੇ। ਇਸ ਮਨੁੱਖ ਨੂੰ ਮਰਨ ਤੇ ਜੀਵਨ ਵਾਸਤੇ ਆ ਧਰਤੀ ਦੇ ਦਿੱਤੀ ਹੈ। ਕਹਿੰਦੇ ਪ੍ਰਮਾਤਮਾ ਦੇ ਇਤਨੇ ਗੁਣ ਨੇ, ਇਹਨੂੰ ਸਾਰੇ ਵਿਸਰੇ ਹੋਏ ਨੇ। ਉਸ ਅਕਾਲ ਪੁਰਖ ਦੇ ਇੰਨੇ ਗੁਣ ਨੇ, ਇਹਨੂੰ ਸਾਰੇ ਹੀ ਵਿਸਰੇ ਹੋਏ ਨੇ। ਸਿੱਧ ਸਾਧਕ ਅਰ ਜੋਗੀ ਜੰਗਮ ਪੀਰ ਪੁਰਸ਼ ਬਹੁ ਤੇਰੇ। ਬੜੇ ਬੜੇ ਸਿੱਧ ਸਾਧਕ ਜੋਗੀ ਜਿਹੜੇ ਜੰਗਮਾਂ ਟੁਰੇ ਫਿਰਦੇ ਐ, ਬੜੇ ਬੜੇ ਪੀਰ ਪੁਰਸ਼ ਕਹੇ ਜਾਂਦੇ ਹਨ। ਜੇ ਤਿਨ ਮੇਲਾ ਤਾ ਕੀਰਤ ਆਖਾ ਤਾ ਮਨ ਸੇਵ ਕਰੇ। ਕਹਿੰਦੇ ਜੇ ਤਿਨਾਂ ਨੂੰ ਮਿਲਾਂ ਤੇ ਮਿਲ ਕੇ ਹੇ ਪ੍ਰਭੂ ਤੇਰੀ ਕੀਰਤੀ ਆਖਾਂ ਤਾਂ ਮੇਰਾ ਮਨ ਉਹਨਾਂ ਦੀ ਸੇਵਾ ਕਰਨ ਨੂੰ ਰਾਜੀ ਹੁੰਦਾ ਹੈ। ਜੋ ਉਹਨਾਂ ਨਾਲ ਮਿਲ ਕੇ ਮੈਂ ਤੇਰੀ ਕੀਰਤੀ ਕਰਾਂ, ਤੇਰੀ ਮਹਿਮਾ ਕਰਾਂ। ਕਾਗਦ ਲੂਣ ਰਹਿ ਕ੍ਰਿਤ ਸੰਗੇ ਪਾਣੀ ਕਮਲ ਰਹਿ। ਕਾਗਜ਼ ਘਿਓ ਵਿੱਚ ਰੱਖ ਦਿਓ ਤੇ ਉਸ ਘਿਓ ਵਿੱਚ ਰੱਖੇ ਕਾਗਜ਼ ਨੂੰ ਪਾਣੀ ਫਿਰ ਗਾਲ ਨਹੀਂ ਸਕਦਾ। ਜਿਹੜਾ ਘਿਓ ਵਿੱਚ ਥਿੰਦਾ ਕਾਗਜ਼ ਹੋਵੇ ਉਹਦੇ ਤੇ ਪਾਣੀ ਦੀਆਂ ਬੂੰਦਾਂ ਪੈਣ, ਉਹਨੂੰ ਗਾਲਦੀਆਂ ਨਹੀਂ। ਲੂਣ ਪਾ ਦਿਓ ਘਿਓ ਵਿੱਚ ਤੇ ਉਹ ਲੂਣ ਖੁਰਦਾ ਨਹੀਂ ਹੈ। ਘਿਓ ਵਿੱਚ ਦੇਸੀ ਘਿਓ 'ਚ ਲੂਣ ਪਾਈਏ ਨਾ ਤੇ ਘਿਓ ਵਿੱਚ ਲੂਣ ਖੁਰਦਾ ਨਹੀਂ ਹੈ। ਤੇ ਕਮਲ ਦਾ ਫੁੱਲ ਪਾਣੀ ਵਿੱਚ ਰਵੇ ਤੇ ਉਹ ਮੁਰਝਾਉਂਦਾ ਨਹੀਂ ਹੈ। ਤਿੰਨ ਉਦਾਹਰਨਾਂ ਦਿੱਤੀਆਂ ਵੀ ਜਿਵੇਂ ਕਾਗਜ਼ ਘਿਓ ਵਿੱਚ ਘ੍ਰਿਤ ਕਹਿੰਦੇ ਨੇ ਘਿਓ ਨੂੰ, ਘਿਓ ਵਿੱਚ ਪਿਆ ਹੋਵੇ ਤੇ ਉਹ ਗਲਦਾ ਨਹੀਂ। ਜਿਵੇਂ ਲੂਣ ਘਿਓ ਵਿੱਚ ਪਾਇਆ ਹੋਵੇ ਤੇ ਉਹ ਖੁਰਦਾ ਨਹੀਂ। ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿ ਕੇ ਮੁਰਝਾਉਂਦਾ ਨਹੀਂ। ਐਸੇ ਭਗਤ ਮਿਲ ਹੈ ਜਨ ਨਾਨਕ ਤਿਨ ਜਮ ਕਿਆ ਕਰੈ। ਇਹ ਪ੍ਰਭੂ ਇਸੇ ਤਰ੍ਹਾਂ ਤੇਰੇ ਭਗਤ ਜਿਹੜੇ ਤੇਰੇ ਵਿੱਚ ਮਿਲੇ ਹੋਏ ਨੇ, ਉਹਨਾਂ ਦਾ ਜਮ ਕੁਝ ਨਹੀਂ ਵਿਗਾੜ ਸਕਦੇ। ਜਿਵੇਂ ਘਿਓ 'ਚ ਮਿਲੇ ਹੋਏ ਕਾਗਜ਼ ਦਾ ਪਾਣੀ ਨਹੀਂ ਨਾ ਕੁਝ ਉਹਨੂੰ ਗਾਲ ਕੇ ਖਤਮ ਕਰ ਸਕਦਾ। ਪਾਣੀ ਵਿੱਚ ਖਿੜੇ ਕਮਲ ਦੇ ਫੁੱਲ ਨੂੰ ਜਿਵੇਂ ਕੋਈ ਮੁਰਝਾ ਨਹੀਂ ਸਕਦੀ ਹਵਾ, ਕਹਿੰਦੇ ਇਸੇ ਤਰ੍ਹਾਂ हे ਪ੍ਰਭੂ ਜਿਹੜੇ ਤੇਰੇ ਭਗਤ ਤੇਰੇ ਵਿੱਚ ਮਿਲੇ ਹੋਏ ਨੇ, ਜਮ ਉਹਨਾਂ ਦਾ ਕੀ ਵਿਗਾੜਨਗੇ, ਜਮ ਉਹਨਾਂ ਦੇ ਨੇੜੇ ਤੱਕ ਨਹੀਂ ਫਰਕ ਸਕਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ। ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।